ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਰਾਗੌੜੀ ਪੂਰਬੀ ਛੰਤ ਮਹੱਲੇ ਪਹਿਲੇ ਦੇ ਪਹਿਲੇ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਰਾਗੌੜੀ ਪੂਰਬੀ ਛੰਤ ਮਹੱਲਾ ਪਹਿਲਾ। ਮੁੰਦ ਰਹਿੰਦ ਹੈ ਲੜੀਆ ਜੀਓ ਨੀਂਦ ਨਾ ਆਵੈ। ਸਾਧਨ ਦੁਬਲੀਆ ਜੀਓ ਫਿਰ ਕੇ ਹਾਵੈ। ਤਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖੈ। ਸਿਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨ ਲੇਖੈ। ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨ ਆਵੈ। ਨਾਨਕ ਸਾਧਨ ਮਿਲੇ ਮਿਲਾਈ ਬਿਨ ਫਿਰ ਨੀਂਦ ਨ ਆਵੈ। ਮੁੰਦ ਨਿਮਾਨੜੀਆ ਜੀਓ ਬਿਨ ਧਨੀ ਪਿਆਰੇ। ਕਿਉਂ ਸੁਖ ਪਾਵੇਗੀ ਬਿਨ ਉਰਦਾਰੇ। ਨਾ ਬਿਨ ਕਰ ਵਾਸ ਨਾਹੀ ਪੁੱਛੇ ਸਖੀ ਸਹੇਲੀਆਂ। ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੇ ਸਾਚ ਸੁਹੇਲੀਆਂ। ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ। ਨਾਨਕ ਨਾਮ ਨਾ ਛੋਡੇ ਸਾਧਨ ਨਾਮ ਸਹਿਜ ਸਮਾਣਿਆ। ਮਿਲ ਸਖੀ ਸਹੇਲੜਿਓ ਹਮ ਫਿਰ ਰਾਵੇਹਾ। ਗੁਰ ਪੁੱਛ ਲਿਖਿਓਗੀ ਜੀਓ ਸ਼ਬਦ ਸੁਨੇਹਾ। ਸ਼ਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆਂ। ਨਿਕਸ ਚਾਤਿਓ ਰਹੇ ਅਸਥਰ ਜਾਮ ਸੱਚ ਪਛਾਣਿਆ। ਸਾਚ ਕੀਮਤ ਸਦਾ ਨੌਤਨ ਸ਼ਬਦ ਨੇ ਨਵੇਲਿਓ। ਨਾਨਕ ਨਦਰੀ ਸਹਿਜ ਸਾਚਾ ਮਿਲ ਸਖੀ ਸਹੇਲਿਓ। ਮੇਰੀ ਇਛ ਪੁੰਨੀ ਜੀਓ ਹਮ ਕਰ ਸਾਜਨ ਆਇਆ। ਮਿਲ ਵਰ ਨਾਰੀ ਮੰਗਲ ਗਾਇਆ। ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਉਮਾਇਓ। ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਇਓ। ਕਰ ਜੋੜ ਸਾਧਨ ਕਰੇ ਬਿਨੰਤੀ ਰਹਿਣ ਦਿਨ ਰਸ ਭਿੰਨੀਆਂ। ਨਾਨਕ ਭਿਰਤਨ ਕਰੋ ਰਲੀਆਂ ਇਛ ਮੇਰੀ ਪੁੰਨੀਆਂ। ਕਰ ਜੋੜ ਸਾਧਨ ਕਰੇ ਬਿਨੰਤੀ ਰਹਿਣ ਦਿਨ ਰਸ ਭਿੰਨੀਆਂ। ਨਾਨਕ ਭਿਰਤਨ ਕਰੇ ਰਲੀਆਂ ਇਛ ਮੇਰੀ ਪੁੰਨੀਆਂ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮੇਸ਼ਰ ਰੂਪ ਪਿਰ ਤੋਂ ਬਿਨਾਂ ਜੀਵ ਰੂਪ ਇਸਤਰੀ ਦੀ ਜੀਵਨ ਰੂਪੀ ਰਾਤ ਔਖੀ ਲੰਘਦੀ ਹੈ ਅਤੇ ਨੀਂਦਰ ਨਹੀਂ ਆਉਂਦੀ ਜੀ। ਪ੍ਰੀਤਮ ਰੂਪ ਪਰਮੇਸ਼ਰ ਦੇ ਵਿਯੋਗ ਦੇ ਹੋਕਿਆਂ ਕਾਰਨ ਇਸਤਰੀ ਨਿਰਬਲ ਹੋ ਗਈ ਹੈ ਜੀ। ਜੀਵ ਰੂਪੀ ਇਸਤਰੀ ਪਤੀ ਰੂਪ ਪਰਮੇਸ਼ਰ ਦੇ ਵਿਯੋਗ ਵਿੱਚ ਕਮਜ਼ੋਰ ਹੁੰਦੀ ਜਾਂਦੀ ਹੈ ਜੀ ਅਤੇ ਤਾਂਘਦੀ ਹੈ ਕਿ ਕਿਸੇ ਤਰ੍ਹਾਂ ਪਰਮੇਸ਼ਰ ਰੂਪ ਪਰਮੇਸ਼ਰ ਨੂੰ ਅੱਖਾਂ ਨਾਲ ਵੇਖੇ। ਫਿਰ ਗੁਰੂ ਜੀ ਕਹਿੰਦੇ ਆ ਸ਼ਿੰਗਾਰ ਮਿੱਠੇ ਰਸਾਂ ਵਾਲੇ ਭੋਜਨਾਂ ਦਾ ਭੋਗ ਆਦਿ ਸਭ ਝੂਠੇ ਹਨ ਜੀ ਅਤੇ ਕਿਸੇ ਵੀ ਲੇਖੇ ਨਹੀਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਆ ਜੋ ਬੰਦੇ ਹੰਕਾਰ ਰੂਪ ਸ਼ਰਾਬ ਦੇ ਨਸ਼ੇ ਵਿੱਚ ਜੀਵਨ ਨੂੰ ਗਰਕ ਕਰ ਦਿੱਤਾ ਹੈ ਜੀ, ਇਹ ਮਨੁੱਖ ਜਨਮ ਫਿਰ ਪ੍ਰਾਪਤ ਨਹੀਂ ਹੁੰਦਾ ਜੀ। ਜਿਸ ਤਰ੍ਹਾਂ ਚੋਇਆ ਹੋਇਆ ਦੁੱਧ ਫਿਰ ਥਣਾਂ ਵਿੱਚ ਨਹੀਂ ਚੜ੍ਹਦਾ, ਗੁਰੂ ਜੀ ਕਹਿੰਦੇ ਹਨ ਇਸੇ ਤਰ੍ਹਾਂ ਜੀਵ ਰੂਪ ਇਸਤਰੀ ਪਰਮੇਸ਼ਰ ਦੀ ਮਿਹਰ ਤੋਂ ਬਿਨਾਂ ਮਿਲਾਇਆ ਨਹੀਂ ਮਿਲਦੀ ਜੀ। ਉਸ ਪ੍ਰੀਤਮ ਰੂਪ ਪਰਮੇਸ਼ਰ ਤੋਂ ਬਿਨਾਂ ਨੀਂਦਰ ਨਹੀਂ ਆਉਂਦੀ ਜੀ। ਭਾਵ ਅਸੀਂ ਮਨੁੱਖਾ ਜਨਮ ਪਾ ਕੇ ਆਪਣੇ ਅਸਲ ਮੂਲ ਤੋਂ ਦੂਰ ਹੋ ਗਏ ਹਾਂ ਜੀ ਅਤੇ ਮਾਇਆਵੀ ਵਿਕਾਰਾਂ ਵਿੱਚ ਫਸ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਜਿਤਨੀ ਦੇਰ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜ ਕੇ ਆਪਣੇ ਮਨ ਨੂੰ ਟਿਕਾਅ 'ਚ ਨਹੀਂ ਲਿਆਂਦੇ ਅਤੇ ਨਾਮ ਨੂੰ ਆਪਣੇ ਹਿਰਦੇ 'ਚ ਨਹੀਂ ਵਸਾਉਂਦੇ ਅਤੇ ਫਿਰ
ਪਰਮੇਸ਼ਰ ਅੱਗੇ ਇਹ ਅਰਦਾਸ ਨਹੀਂ ਕਰਦੇ, ਬੇਨਤੀ ਨਹੀਂ ਕਰਦੇ ਕਿ ਸਾਨੂੰ ਆਪਣੇ ਨਾਲ ਮਿਲਾ ਦੇਵੇ ਜੀ, ਉਤਨੀ ਦੇਰ ਇਹ ਸੰਭਵ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਿਆਰੇ ਰੂਪ ਪਤੀ ਰੂਪ ਪਰਮੇਸ਼ਰ ਤੋਂ ਬਿਨਾਂ ਜੀਵ ਰੂਪ ਇਸਤਰੀ ਨੇ ਮਾਣੀ ਹੈ ਜੀ। ਉਹ ਆਪਣੇ ਪ੍ਰੀਤਮ ਰੂਪ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨ ਕੀਤੇ ਬਿਨਾਂ ਕਿਵੇਂ ਸੁੱਖ ਪ੍ਰਾਪਤ ਕਰ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਜਿਸ ਤਰ੍ਹਾਂ ਪਤੀ ਤੋਂ ਬਿਨਾਂ ਘਰ ਵਿੱਚ ਨਿਵਾਸ ਨਹੀਂ ਹੁੰਦਾ ਜੀ, ਭਾਵ ਇਸ ਤੱਥ ਬਾਰੇ ਸਖੀਆਂ ਸਹੇਲੀਆਂ ਨੂੰ ਭਾਵਾਂ ਪੁੱਛ ਕੇ ਵੇਖ ਲਓ, ਲੋਕਾਂ ਨੂੰ ਪੁੱਛ ਕੇ ਵੇਖ ਲਓ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਪ੍ਰੇਮ ਪਿਆਰ ਪਰਮੇਸ਼ਰ ਨਾਲ ਨਹੀਂ ਹੋ ਸਕਦਾ ਜੀ। ਪਰਮੇਸ਼ਰ ਰੂਪ ਸੱਤ ਸਰੂਪ ਵਿੱਚ ਜੁੜ ਕੇ ਹੀ ਉਹੀ ਜੀਵ ਰੂਪ ਇਸਤਰੀਆਂ ਸੁਖਪੂਰਵਕ ਵਸ ਸਕਦੀਆਂ ਹਨ ਜੀ, ਜੋ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਜੁੜਦੀਆਂ ਹਨ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਸੱਚ ਦੁਆਰਾ ਮਨ ਵਿੱਚ ਸੰਤੋਖ ਰੂਪ ਸੱਜਣ ਦਾ ਮੇਲ ਕੀਤਾ ਜਾਵੇ ਤਾਂ ਗੁਰੂ ਗਿਆਨ ਦੀ ਮੱਤ ਦੁਆਰਾ ਪਤੀ ਰੂਪ ਪਰਮੇਸ਼ਰ ਨੂੰ ਜਾਣਿਆ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਫਿਰ ਉਹ ਇਸਤਰੀ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨੂੰ ਨਾਮ ਨੂੰ ਨਹੀਂ ਛੱਡਦੀ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਸਹਿਜ ਸੁਭਾਅ ਸਮਾ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਜੀਵ ਰੂਪ ਸਖੀ ਸਹੇਲਿਓ, ਭਾਵ ਆਓ ਅਸੀਂ ਸਾਰੇ ਸਾਧ ਸੰਗ ਵਿੱਚ ਬੈਠ ਮਿਲੀਏ ਅਤੇ ਪਤੀ ਰੂਪ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਗਿਆਨ ਦੁਆਰਾ ਮੈਂ ਗੁਰਸ਼ਬਦ ਗੁਰਬਾਣੀ ਨਾਮ ਦੇ ਰੂਪ ਵਿੱਚ ਪਰਮੇਸ਼ਰ ਨੂੰ ਸੰਦੇਸ਼ ਸੁਨੇਹਾ ਲਿਖਾਂਗੀ ਜੀ ਕਿ ਗੁਰਬਾਣੀ ਗਿਆਨ ਰੂਪ ਗੁਰੂ ਨੇ ਆਪਣੇ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਸੱਤ ਸਰੂਪ ਪਰਮੇਸ਼ਰ ਵਿਖਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਮਨਮੁਖ ਰੁਚੀ ਵਾਲੀਆਂ ਜੀਵ ਰੂਪ ਇਸਤਰੀਆਂ ਪਛਤਾਉਂਦੀਆਂ ਹਨ ਜੀ। ਭਾਵ ਜਿਹੜੇ ਜੀਵ ਮਾਇਆਵੀ ਵਿਕਾਰ ਵਿੱਚ ਫਸੇ ਰਹਿੰਦੇ ਹਨ, ਹੰਕਾਰ ਵਿੱਚ ਰਹਿੰਦੇ ਹਨ, ਉਹ ਅਖੀਰ 'ਚ ਪਛਤਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਕਿਸੇ ਜੀਵ ਰੂਪ ਇਸਤਰੀ ਨੇ ਸੱਤ ਸਰੂਪ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਪਛਾਣ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਦੋਂ ਉਹਨਾਂ ਦਾ ਬਾਹਰ ਦੌੜਨ ਵਾਲਾ ਮਨ ਸਥਿਰ ਟਿਕਾਓ ਵਿੱਚ ਆ ਗਿਆ ਹੈ ਜੀ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਵਸ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੱਚ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਾਖਿਆਤਾਕਰ ਪ੍ਰਾਪਤ ਕਰ ਚੁੱਕਣ ਵਾਲੇ ਦੀ ਮੱਤ ਹਮੇਸ਼ਾ ਨਵੀਂ ਨਰੋਈ ਰਹਿੰਦੀ ਹੈ ਜੀ। ਭਾਵ ਉਹਨੂੰ ਹਮੇਸ਼ਾ ਚਾਅ ਰਹਿੰਦਾ ਹੈ ਜੀ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੇ ਰਹਿਣ ਦਾ, ਅਤੇ ਗੁਰਸ਼ਬਦ ਗੁਰਬਾਣੀ ਨਾਮ ਦੀ ਪ੍ਰਾਪਤੀ ਕਰਕੇ ਉਸ ਦਾ ਪਰਮੇਸ਼ਰ ਨਾਲ ਪ੍ਰੇਮ ਸਦਾ ਨਵਾਂ ਨਰੋਇਆ ਅਥਵਾ ਚਾਅ ਵਾਲਾ ਬਣਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੱਚੇ ਪਰਮੇਸ਼ਰ ਦੀ ਮਿਹਰ ਦੀ ਦ੍ਰਿਸ਼ਟੀ ਦੁਆਰਾ ਇਹ ਸਹਿਜ ਸੁਭਾਅ ਹੀ ਫਿਰ ਹੋ ਜਾਂਦਾ ਹੈ ਜੀ। ਇਸ ਲਈ ਸਾਧ ਸੰਗ ਵਿੱਚ ਬੈਠ ਕੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਇਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜੀਵ ਰੂਪ ਸਹੇਲਿਓ, ਮੇਰੇ ਪਤੀ ਰੂਪ ਪਰਮੇਸ਼ਰ
ਪ੍ਰਾਪਤੀ ਵਾਲੀ ਮੇਰੀ ਇੱਛਾ ਪੂਰੀ ਹੋ ਗਈ ਹੈ ਜੀ, ਕਿਉਂਕਿ ਮੇਰੇ ਹਿਰਦੇ ਰੂਪ ਘਰ ਵਿੱਚ ਸੱਜਣ ਰੂਪ ਪਰਮੇਸ਼ਰ ਵਸ ਗਿਆ ਹੈ ਜੀ, ਆ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਰੂਪ ਵਰ ਦੇ ਮਿਲਣ ਤੇ ਹੋਰ ਜੀਵ ਰੂਪ ਇਸਤਰੀਆਂ ਨੇ ਮਿਲ ਕੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਇਨ ਕੀਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਦੇ ਮੰਗਲਿਕ ਗੀਤ ਗਾ ਕੇ ਜੀਵ ਰੂਪ ਇਸਤਰੀ ਪ੍ਰੀਤ ਪ੍ਰੇਮ ਪਿਆਰ ਵਿੱਚ ਪ੍ਰਸੰਨ ਖੁਸ਼ ਹੋ ਗਈ ਹੈ ਜੀ, ਅਤੇ ਉਸ ਦੇ ਮਨ ਵਿੱਚ ਖੇੜਾ ਚਾਓ ਆ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਿਹੜੇ ਦੁਸ਼ਟ ਰੂਪ ਇਸਤਰੀ ਭਾਵ ਜਿਹੜੇ ਮਾਇਆਵੀ ਵਿਕਾਰ ਵਿੱਚ ਫਸੇ ਰਹੇ ਜੀ, ਉਹ ਬਿਪਤਾ ਵਿੱਚ ਹੀ ਪੈ ਰਹੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੱਜਣ ਰੂਪ ਜੀਵ ਰੂਪ ਇਸਤਰੀਆਂ ਪ੍ਰਸੰਨ ਹੋ ਗਈਆਂ ਜੀ, ਅਤੇ ਸੱਚੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪ ਕੇ ਗੁਣ ਗਾਇਨ ਗਾ ਕੇ ਉਹਨਾਂ ਨੇ ਸੱਚ ਦਾ ਲਾਭ ਹਾਸਲ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੀਵ ਰੂਪ ਇਸਤਰੀ ਹੱਥ ਜੋੜ ਕੇ ਅਰਦਾਸ ਤੇ ਬੇਨਤੀ ਕਰਦੀ ਹੈ ਜੀ ਕਿ ਮੈਂ ਦਿਨ ਰਾਤ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਪ੍ਰੇਮ ਵਿੱਚ ਭਿੱਜੀ ਰਵਾਂ ਜੀ। ਫਿਰ ਗੁਰੂ ਜੀ ਕਹਿੰਦੇ, ਇਸ ਤਰ੍ਹਾਂ ਜੀਵ ਰੂਪ ਇਸਤਰੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਅਤੇ ਪਰਮੇਸ਼ਰ ਦੀ ਮਿਹਰ ਦੁਆਰਾ ਪਰਮੇਸ਼ਰ ਨਾਲ ਮਿਲ ਕੇ ਖੁਸ਼ੀ ਮਨਾ ਰਹੀ ਹੈ ਜੀ, ਅਤੇ ਕਹਿੰਦੀ ਹੈ ਕਿ ਮੇਰੀ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਪੂਰੀ ਹੋ ਗਈ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੇ 4 ਅੰਕ ਹਨ ਜੀ, ਅਤੇ ਹਰ ਇੱਕ ਅੰਕ ਵਿੱਚ ਬੜੀ ਵੀ ਮਹੱਤਤਾ ਹੈ ਜੀ। ਪਹਿਲੇ ਅੰਕ ਵਿੱਚ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਤੋਂ ਵਿਛੜਨ ਦਾ ਦੁੱਖ ਦੱਸਿਆ ਹੈ ਜੀ। ਸਾਧਨ ਦੁਬਲੀਆਂ ਫਿਰ ਕੇ ਹਾਵੇ। ਅਤੇ ਦੂਜੇ ਅੰਕ ਵਿੱਚ ਪਤੀ ਰੂਪ ਪਰਮੇਸ਼ਰ ਨੂੰ ਮਿਲਣ ਦਾ ਉਪਾਅ ਦੱਸਿਆ ਹੈ ਜੀ। ਅਤੇ ਫਿਰ ਇਹ ਕਿਹਾ ਹੈ ਕਿ ਉਹਨਾਂ ਸਖੀਆਂ ਸਹੇਲੀਆਂ ਤੋਂ ਜਾ ਕੇ ਪੁੱਛੋ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਆਪਣੇ ਪਤੀ ਪਰਮੇਸ਼ਰ ਰੂਪ ਸ਼ਾਹ ਨੂੰ ਜਾਣ ਲਿਆ ਹੈ, ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਹ ਸਹਿਜ ਵਿੱਚ ਸਮਾ ਗਈਆਂ ਹਨ ਜੀ। ਫਿਰ ਤੀਜੇ ਅੰਕ ਵਿੱਚ ਕੀਤੇ ਸਾਧਨਾਂ ਦੇ ਪ੍ਰਾਪਤੀ ਦਾ ਵਰਣਨ ਕੀਤਾ ਹੈ ਜੀ। ਅਤੇ ਚੌਥੇ ਅੰਕ ਵਿੱਚ ਦਰਸ਼ਨ ਮਿਲਾਪ ਦਾ ਮੰਗਲ ਗੁਣਗਾਨ ਕੀਤੇ ਹਨ ਕਿ ਜੀਵ ਰੂਪ ਇਸਤਰੀ ਦੀ ਇੱਛਾ ਹੁਣ ਪੂਰੀ ਹੋ ਗਈ ਹੈ ਜੀ। ਸੋ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਤੋਂ ਵਿਛੜ ਕੇ ਪਹਿਲਾਂ ਵਿਯੋਗ ਦਾ ਦੁੱਖ ਸਹਾਰਦੀ ਹੋਈ ਆਪਣੇ ਮਾਇਆਵੀ ਵਿਕਾਰਾਂ ਦੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮੈਲ ਦੂਰ ਕਰਦੀ ਹੈ ਜੀ। ਭਾਵ ਆਪਣੇ ਮਾਇਆਵੀ ਵਿਕਾਰ ਖਤਮ ਕਰਦੀ ਹੈ ਅਤੇ ਆਪਣੇ ਮਨ ਨੂੰ ਟਿਕਾਅ 'ਚ ਲਿਆ ਕੇ ਆਪਣੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਸਾਉਂਦੀ ਹੈ ਜੀ। ਫਿਰ ਭਗਤ ਰੂਪ ਸਾਧ ਸੰਗਤ ਦਾ ਸਾਥ ਅਤੇ ਗੁਰੂ ਗਿਆਨ ਗੁਰਸ਼ਬਦ ਗੁਰਬਾਣੀ ਨਾਮ ਅਧਿਆਤਮਿਕ ਸਾਧਨਾ ਦਾ ਤਰੀਕਾ ਪੁੱਛ ਕੇ ਮਿਲਣ ਦਾ ਯਤਨ ਕਰਦੀ ਹੈ ਜੀ। ਫਿਰ ਇਹਨਾਂ ਯਤਨਾਂ ਦੇ ਫਲਸਰੂਪ ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਅੰਦਰ ਵਸਾਇਆ ਮਾਇਆਵੀ ਵਿਕਾਰ ਦੂਰ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨ ਨੂੰ ਟਿਕਾਅ 'ਚ ਲਿਆ ਕੇ ਆਪਣੇ ਹਿਰਦੇ ਅੰਦਰ 'ਚ ਵਸਾ ਕੇ ਉਸ ਦੇ ਗੁਣ ਗਾਣ ਗਾ ਕੇ ਉਸ ਪਰਮੇਸ਼ਰ ਅੱਗੇ ਬੇਨਤੀ ਤੇ ਅਰਦਾਸ ਕਰਨੀ ਹੈ ਜੀ। ਫਿਰ
ਪਰਮੇਸ਼ਰ ਦੀ ਨਜ਼ਰ ਸਵੱਲੀ ਹੋਵੇ, ਮਿਹਰ ਹੋਵੇ ਤਾਂ ਕੰਮ ਬਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਉਸ ਦੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਜੀ, ਅਤੇ ਸਾਰਾ ਵਾਤਾਵਰਨ ਭਾਵ ਉਸਦਾ ਆਇਆ ਮੰਗਲਮਈ ਹੋ ਜਾਂਦਾ ਹੈ ਜੀ। ਭਾਵ ਉਹ ਵਿਛੜੀ ਹੋਈ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਨਾਲ ਮਿਲ ਜਾਂਦੀ ਹੈ ਜੀ, ਜੋ ਕਿ ਸਾਡੇ ਅੰਦਰ ਹੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।